ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਕਦੇ ਨਾ ਬਦਲਣ ਵਾਲਾ, ਜੁਗਾਂ ਜੁਗ ਇੱਕੋ ਜਿਹਾ ਰਹਿਣ ਵਾਲਾ ਪ੍ਰੇਮੀ ਪਰਮੇਸ਼ਰ ਹੈ। ਤੂੰ ਆਪਣੇ ਬੱਚਿਆਂ ਨੂੰ ਨਾ ਤਾਂ ਕਦੇ ਛੱਡਦਾ ਹੈ, ਨਾ ਕਦੇ ਤਿਆਗਦਾ ਹੈ, ਹਮੇਸ਼ਾ ਉਹਨਾਂ ਦੇ ਉੱਤੇ ਆਪਣੀ ਭਲਾਈ ਨੂੰ ਪ੍ਰਗਟ ਕਰਦਾ ਹੈ। ਅੱਜ ਦੇ ਵਚਨ ਦੇ ਨਾਲ ਵੀ ਆਪਣੀ ਭਲਾਈ ਨੂੰ ਸਾਡੇ ਵਿੱਚ ਪ੍ਰਗਟ ਕਰ, ਜਿਸ ਦੇ ਨਾਲ ਤੇਰਾ ਹੀ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋਵੇ ਔਰ ਤੇਰੇ ਨਾਮ ਨੂੰ ਆਦਰ ਮਿਲੇ। ਇਹ ਸਭੋ ਕੁਝ ਅਸੀਂ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ। ਪਿਆਰੇ ਅਜ਼ੀਜ਼, ਅੱਜ ਦੇ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਯਹੋਨਾ ਦੀ ਅੰਜੀਲ 15 ਅਧਿਆਇ ਉਸ ਦੀ 2 ਆਇਤ ਵਿੱਚ। ਇੱਥੇ ਲਿਖਿਆ, ਹਰੇਕ ਟਾਹਣੀ ਜਿਹੜੇ ਮੇਰੀ ਵਿੱਚ ਹੈ ਔਰ ਫਲ ਨਹੀਂ ਦਿੰਦੀ, ਉਹ ਉਸ ਨੂੰ ਲਾਟ ਸੁੱਟਦਾ ਹੈ, ਅਤੇ ਹਰੇਕ ਜੋ ਫਲ ਦਿੰਦੀ ਹੈ ਉਹਨੂੰ ਛਾਂਗਦਾ ਹੈ ਤਾਂ ਜੋ ਉਹ ਹੋਰ ਵੀ ਫਲ ਦੇ। ਇਸ ਦਾ ਜੋ ਮੇਰਾ ਵਿਸ਼ਾ ਹੈ ਕਿ ਮੈਂ ਮਸੀਹ ਯਸੂ ਵਿੱਚ ਹਾਂ, ਕਿ ਮੈਂ ਮਸੀਹ ਯਸੂ ਵਿੱਚ ਹਾਂ। ਜਦੋਂ ਅਸੀਂ ਇਸ ਵਚਨ ਨੂੰ ਪੜ੍ਹ ਰਹੇ ਹਾਂ ਤਾਂ ਇਸ ਵਚਨ ਦੇ ਵਿੱਚ ਯਸੂ ਟਾਹਣੀਆਂ ਦੀ 2 ਸ਼੍ਰੇਣੀਆਂ ਵਿੱਚ ਬੋਲਦਾ ਹੈ, ਔਰ ਇਹ 2 ਸ਼੍ਰੇਣੀਆਂ ਫਲਦਾਇਕ ਅਤੇ ਫਲਹੀਣ ਦੇ ਬਾਰੇ ਗੱਲ ਕਰਦੀਆਂ ਹਨ। ਕਿ ਅਸੀਂ ਮਸੀਹ ਯਸੂ ਵਿੱਚ ਹਾਂ, ਇਹ 2 ਗੱਲਾਂ ਦਾ ਗਿਆਨ ਸਾਡੇ ਵਿੱਚ ਹੁੰਦਾ। ਨੰਬਰ 1, ਉਹ ਟਾਹਣੀਆਂ ਜਿਹੜੀਆਂ ਕਦੇ ਵੀ ਫਲ ਨਹੀਂ ਲਿਆਉਂਦੀਆਂ ਜਾਂ ਫਲ ਪੈਦਾ ਕਰਨਾ ਛੱਡ ਦਿੰਦੀਆਂ ਹਨ, ਉਹ ਹਨ ਜਿਨ੍ਹਾਂ ਵਿੱਚ ਉਹ ਆਤਮਿਕ ਜੀਵਨ ਨਹੀਂ ਹੈ, ਜਿਹੜਾ ਮਸੀਹ ਨਾਲ ਪਿਆਰ ਅਤੇ ਉਸ ਵਿੱਚ ਪੱਕੇ ਵਿਸ਼ਵਾਸ ਤੋਂ ਆਉਂਦਾ ਹੈ। ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਨਾ, ਪ੍ਰਭੂ ਯਿਸੂ ਮਸੀਹ ਦੇ ਉੱਤੇ ਆਪਣੇ ਜੀਵਨ ਨੂੰ ਉਸ ਦੇ ਪ੍ਰਤੀ ਸਪੁਰਦ ਕਰਨਾ, ਇਹ ਇੱਕ ਮੁਕਤੀ ਦੀ ਗੱਲ ਹੈ। ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਮੈਨੂੰ ਅਤੇ ਆਪ ਨੂੰ ਮੁਕਤੀ ਦੇਣ ਦੇ ਲਈ ਆਇਆ ਸੀ, ਅਤੇ ਉਸਨੇ ਸਾਨੂੰ ਆਪਣੀ ਮੁਕਤੀ ਦੇਣ ਦੇ ਲਈ ਸਾਡੇ ਜੀਵਨ ਦੇ ਵਿੱਚ ਆਪਣੇ ਮੁਕਤੀ ਦੇ ਕੰਮ ਕਰਨ ਲਈ ਆਪਣੀ ਜਾਨ ਕਲਵਰੀ ਕਰੂਸ ਦੇ ਉੱਤੇ ਦਿੱਤੀ ਸੀ। ਉਸ ਦਾ ਕਲਵਰੀ ਕਰੂਸ ਦੇ ਉੱਤੇ ਜਾਨ ਦੇਣਾ ਮੇਰੇ ਜਿਹੇ ਨਕਾਰੇ ਪਾਪੀ ਨੂੰ, ਮੇਰੇ ਜਿਹੇ ਨਿਖੇਧ ਅਤੇ ਨਕੰਮੇ ਪਾਪੀ ਮਨੁੱਖ ਨੂੰ ਬਚਾਉਣਾ ਸੀ। ਕਿ ਅਸੀਂ ਅੱਜ ਉਸ ਮਸੀਹ ਯਸੂ ਦੇ ਉੱਤੇ, ਜਿਹਨੇ ਮੇਰੇ ਲਈ ਕਲਵਰੀ ਕਰੂਸ ਦੇ ਉੱਤੇ ਆਪਣੀ ਜਾਨ ਦਿੱਤੀ ਹੈ, ਕਿ ਅਸੀਂ ਉਸ ਨੂੰ ਆਪਣੇ ਜੀਵਨ ਦੇ ਵਿੱਚ ਬਚਾਵ ਦਾ ਕਾਰਨ ਕਰ ਰਹੇ। ਇੱਥੇ ਇਹੀ ਪਹਿਲੀ ਗੱਲ ਦੱਸੀ ਹੋਈ ਹੈ। ਪਹਿਲੀ ਗੱਲ ਇਹੀ ਹੈ ਕਿ ਉਹ ਆਤਮਿਕ ਜੀਵਨ ਨਹੀਂ ਹੈ। ਜਿਨ੍ਹਾਂ ਵਿੱਚ ਉਹ ਆਤਮਿਕ ਜੀਵਨ ਨਹੀਂ ਹੈ, ਉਹ ਟਾਹਣੀਆਂ ਫਲਹੀਣ ਹੈ। ਉਹਨਾਂ ਦੇ ਵਿੱਚ ਆਤਮਿਕ ਜੀਵਨ ਨਹੀਂ ਹੈ, ਉਹਨਾਂ ਵਿੱਚ ਸ਼ਾਂਤੀ ਨਹੀਂ ਹੈ, ਉਹਨਾਂ ਵਿੱਚ ਸੰਤੁਸ਼ਟੀ ਨਹੀਂ ਹੈ, ਉਹਨਾਂ ਵਿੱਚ ਪਰਮੇਸ਼ਰ ਦਾ ਪਿਆਰ ਨਹੀਂ ਹੈ, ਉਹਨਾਂ ਵਿੱਚ ਸੱਚਾਈ ਹੈ ਨਹੀਂ, ਉਹਨਾਂ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਹੈ। ਪਰ ਪਰਮੇਸ਼ਰ ਨੇ ਸਭ ਕੁਝ ਮੇਰੇ ਲਈ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਕਾਲਵਰੀ ਕਰੂਸ ਦੇ ਉੱਤੇ 2021 ਸਾਲ ਪਹਿਲਾਂ ਕਰ ਦਿੱਤਾ ਹੈ। ਅੱਜ ਜਿਹੜੇ ਵਿਸ਼ਵਾਸ ਕਰਦੇ ਨੇ ਉਹ ਆਤਮਿਕ ਬਣ ਜਾਂਦੇ ਨੇ, ਉਹ ਧਾਰਮਿਕ ਬਣ ਜਾਂਦੇ ਨੇ, ਉਹ ਪਰਮੇਸ਼ਰ ਦੀ ਸੰਤਾਨ ਬਣ ਜਾਂਦੇ ਨੇ ਅਤੇ ਪਰਮੇਸ਼ਰ ਦੀ ਮਹਿਮਾ ਦੇ ਸਰੂਪ ਵਿੱਚ ਆ ਜਾਂਦੇ। ਕੀ ਮੈਂ ਮਸੀਹ ਯਸੂ ਵਿੱਚ ਹਾਂ? ਸਵਾਲ ਹੈ, ਪ੍ਰਸ਼ਨ ਚਿੰਨ੍ਹ ਹੈ ਮੇਰੇ। ਕਿ ਮੈਂ ਮਸੀਹ ਯਸੂ ਵਿੱਚ ਹਾਂ? ਪਰ ਇੱਥੇ ਪਰਮੇਸ਼ਰ, ਜਦੋਂ ਅਸੀਂ ਇਸ ਵਚਨ ਨੂੰ ਪੜ੍ਹਦੇ ਹਾਂ ਤਾਂ ਉਹ ਮੇਰੇ ਲਈ, ਜਿਹੜਾ ਮਸੀਹ ਨਾਲ ਪਿਆਰ ਅਤੇ ਉਸ ਵਿੱਚ ਪੱਕੇ ਵਿਸ਼ਵਾਸ ਤੋਂ ਆਉਂਦਾ ਹੈ, ਇਹਨਾਂ ਟਾਹਣੀਆਂ ਨੂੰ ਪਿਤਾ ਵੱਢ ਸੁੱਟਦਾ ਹੈ। ਜਿਹੜਾ ਮਸੀਹ ਨਾਲ ਪਿਆਰ ਅਤੇ ਉਸ ਵਿੱਚ ਪੱਕੇ ਵਿਸ਼ਵਾਸ ਤੋਂ ਆਉਂਦਾ ਹੈ, ਇਹਨਾਂ ਟਾਹਣੀਆਂ ਨੂੰ ਪਿਤਾ ਵੱਢ ਸੁੱਟਦਾ ਹੈ। ਇਸ ਦਾ ਅਰਥ ਹੈ ਕਿ ਉਹ ਮਸੀਹ ਨਾਲ ਇੱਕ ਜੀਵਨ ਦੇਣ ਵਾਲੇ ਸੰਬੰਧ ਤੋਂ ਅੱਡ ਕੀਤੇ ਗਏ।
ਅੱਡ ਕੀਤੇ ਗਏ ਦਾ ਮਤਲਬ ਕੀ ਹੈ, ਜਿਸ ਦੀ ਤੁਲਨਾ ਅਸੀਂ ਮਤੀ 3:10 ਵਿੱਚ ਕਰਦੇ ਹਾਂ। ਟਾਹਣੀਆਂ ਜਿਨ੍ਹਾਂ ਦਾ ਉਸ ਨਾਲ ਸੰਪਰਕ ਨਹੀਂ ਜਾਂ ਅੰਗੂਰ ਦੀ ਬੇਲ ਤੋਂ ਟੁੱਟ ਚੁੱਕੀਆਂ ਹਨ, ਫਲ ਪੈਦਾ ਕਰਨ ਜਾਂ ਬੇਜਾਨ ਅਤੇ ਵਿਅਰਥ ਹਨ। ਤੁਸੀਂ ਦੇਖਿਆ ਹੋਵੇਗਾ ਕਈ ਵਾਰ ਕਈ ਪੱਤੇ ਆਪਣੇ ਆਪ ਟਾਹਣੀ ਤੋਂ ਡਿੱਗਦੇ, ਉਹਨਾਂ ਦਾ ਕਾਰਨ ਕੀ ਹੈ? ਕਮਜ਼ੋਰੀ। ਕਮਜ਼ੋਰੀ ਕੀ ਹੈ? ਉਹਨਾਂ ਦੇ ਵਿੱਚ ਕਮਜ਼ੋਰੀ ਦਾ ਕਾਰਨ ਕੀ ਹੈ? ਉਹ ਨਾ ਤਾਂ ਪਰਮੇਸ਼ਵਰ ਦੀ ਸੰਗਤ ਵਿੱਚ ਹੁੰਦੇ ਆ, ਨਾ ਤਾਂ ਉਹਨਾਂ ਵਿੱਚ ਪ੍ਰਾਰਥਨਾ ਦਾ ਸਮਾਂ ਹੁੰਦਾ ਹੈ, ਨਾ ਤਾਂ ਉਹ ਪ੍ਰਭੂ ਦੇ ਦਿਨ ਦੇ ਵਿੱਚ ਧੰਨਵਾਦ ਦੇ ਨਾਲ ਉਸ ਦੇ ਵਿੱਚ ਹੁੰਦੇ ਆ, ਨਾ ਉਹ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਦੇ। ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਹੈ, ਉਹ ਵਿਸ਼ਵਾਸ ਦੇ ਵਿੱਚ ਕੱਚੇ ਪੈ ਜਾਂਦੇ ਆ ਅਤੇ ਟੁੱਟ ਕੇ ਡਿੱਗ ਪੈਂਦੇ। ਇਹਦਾ ਮਤਲਬ ਉਹ ਮਸੀਹ ਦੇ ਵਿੱਚ ਨਹੀਂ, ਉਹ ਦਿਖਾਵੇ ਦੇ ਲਈ ਦਿਖਾਵਟੀ ਮਸੀਹ ਕਿਹਾ ਜਾ ਸਕਦਾ ਹੈ। ਔਰ ਦਿਖਾਵਟੀ ਮਸੀਹ ਕਦੇ ਵੀ ਟਾਹਣੀ ਦੇ ਨਾਲ ਬੇਲ ਦੇ ਵਿੱਚ ਕਦੇ ਵੀ ਬਣੇ ਨਹੀਂ ਰਹਿ ਸਕਦੇ। ਹਵਾ ਦਾ ਹਲਕਾ ਜਿਹਾ ਹਵਾ ਦਾ ਉਹਨਾਂ ਦੇ ਉੱਤੇ ਬੁੱਲਾ ਉੱਡਦਾ ਹੈ ਤਾਂ ਉਹ ਥੱਲੇ ਡਿੱਗ ਪੈਂਦੇ। ਉਹਨਾਂ ਦੇ ਜੀਵਨ 'ਚ ਹਲਕਾ ਜਿਹਾ ਕਸ਼ਟ ਆਉਂਦਾ ਹੈ ਤਾਂ ਉਹ ਆਪਣੇ ਜੀਵਨ ਦੇ ਵਿੱਚ ਕਹਿੰਦੇ ਅਸੀਂ ਮਰ ਗਏ, ਉਹ ਸਾਡੇ 'ਚ ਜੀਵਨ ਨਹੀਂ। ਮੇਰਾ ਪ੍ਰਭੂ ਕਾਲਵਰੀ ਕਰੂਸ ਦੇ ਦੁੱਖ ਨੂੰ ਕਿੱਦਾਂ ਝੱਲਿਆ। ਜਦੋਂ ਮੈਂ ਵਚਨ ਨੂੰ ਪੜ੍ਹਦਾ ਮੇਰਾ ਦਿਲ ਪਸੀਜਦਾ, ਮੇਰਾ ਦਿਲ ਰੋ ਉੱਠਦਾ ਕਿ ਕਿੱਦਾਂ ਮੇਰੇ ਪ੍ਰਭੂ ਨੇ ਮੈਨੂੰ ਪਰਮੇਸ਼ਵਰ ਦੀ ਸ਼ਾਖ ਵਿੱਚ ਜੋੜਨ ਦੇ ਲਈ ਆਪਣੇ ਜੀਵਨ ਨੂੰ ਕਾਲਵਰੀ ਕਰੂਸ ਤੇ ਦੇ ਦਿੱਤਾ, ਕਿ ਮੈਂ ਉਸ ਸ਼ਾਖ ਵਿੱਚ ਜੁੜ ਕੇ ਪਰਮੇਸ਼ਵਰ ਦੇ ਪ੍ਰੇਮ ਵਿੱਚ ਪਰਮੇਸ਼ਵਰ ਦੀ ਸੰਤਾਨ ਬਣ ਕੇ ਉਸ ਦੀ ਮਹਿਮਾ ਕਰਾਂ। ਇਹਦਾ ਮਤਲਬ ਫਲ ਪੈਦਾ ਕਰਨ ਲਈ ਬੇਜਾਨ ਅਤੇ ਵਿਅਰਥ ਹੋ ਜਾਂਦੀਆਂ, ਜਿਸ ਦੇ ਨਤੀਜੇ ਵਜੋਂ ਪਰਮੇਸ਼ਰ ਉਹਨਾਂ ਨੂੰ ਜਾਂਚਦਾ, ਫਲ ਪੈਦਾ ਜਾਂਚਦਾ ਅਤੇ ਰੱਦ ਕਰ ਦਿੰਦਾ ਹੈ। 6 ਅਤੇ ਆਇਤ 6 ਦੇ ਵਿੱਚ ਸਾਨੂੰ ਇਹ ਗੱਲ ਸਾਫ਼ ਪਤਾ ਲੱਗਦੀ ਹੈ। ਜਦੋਂ ਉਹ ਉਸ ਟਾਹਣੀ ਨੂੰ ਜਾਂਚਦਾ ਅਤੇ ਪਰਖਦਾ, ਜਦੋਂ ਉਹ ਉਹਦੇ ਨਾਲ ਨਹੀਂ ਹੈ, ਉਹ ਦਿਖਾਵਟੀ ਤੌਰ ਤੇ ਕੰਮ ਕਰ ਰਿਹਾ, ਦਿਖਾਵਟੀ ਰੂਪ ਤੇ ਇਹ ਗੱਲਾਂ ਕਰ ਰਿਹਾ, ਤਾਂ ਉਹ ਉਸ ਨੂੰ ਰੱਦ ਦਿੰਦਾ ਹੈ। ਰੱਦਣ ਦੀ ਗੱਲ ਮੈਂ ਵਿਸ਼ਵਾਸੀਆਂ ਦੀ ਕਰ ਰਿਹਾ। ਮਤੀ 7 ਅਧਿਆਇ ਉਹਦੀ 21 ਤੋਂ 23 ਮਸੀਹ ਕਿਹਨਾਂ ਨੂੰ ਰੱਦ ਰਿਹਾ? ਮਸੀਹ ਉਹਨਾਂ ਨੂੰ ਰੱਦ ਰਿਹਾ ਜਿਨ੍ਹਾਂ ਨੇ ਦਿਖਾਵੇ ਦਿਖਾਉ, ਜਿਨ੍ਹਾਂ ਨੇ ਕਿਹਾ ਪ੍ਰਭੂ ਅਸੀਂ ਤੇਰੇ ਨਾਮ ਦੇ ਵਿੱਚ ਬਿਮਾਰ ਚੰਗੇ ਕੀਤੇ, ਪ੍ਰਭੂ ਤੇਰੇ ਨਾਂ ਦੇ ਵਿੱਚ ਅਸੀਂ ਚਮਤਕਾਰ ਕੀਤੇ, ਪ੍ਰਭੂ ਤੇਰੇ ਨਾਂ ਦੇ ਵਿੱਚ ਅਸੀਂ ਆਹ ਕੀਤਾ। ਤਦ ਉਹ ਕਹੇਗਾ ਬੁਰਿਆਰੋ ਮੈਥੋਂ ਦੂਰ ਹੋ ਜਾਓ, ਮੈਂ ਤੁਹਾਨੂੰ ਜਾਣਦਾ ਵੀ ਨਹੀਂ। ਰੱਦ ਦਿੰਦਾ ਹੈ। ਨਾਲ ਉਹ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਵਚਨ ਦੇ ਨਾਲ ਹਿੱਤ ਕੀਤਾ ਹੈ ਅਤੇ ਪਰਮੇਸ਼ਰ ਨੂੰ ਆਪਣਾ ਪਹਿਲਾ ਸਥਾਨ ਦੇ ਕੇ ਉਹਨੂੰ ਅੱਗੇ ਕੀਤਾ। ਉਹਨਾਂ ਨੇ ਇਹ ਕਿਹਾ ਹੈ ਪਰਮੇਸ਼ਰ ਸਾਡੀ ਨਹੀਂ, ਜੇ ਤੂੰ ਚਾਹੁੰਦਾ ਹੈ ਤਾਂ ਹੋ ਜਾਏ। ਮੈਂ ਪਹਿਲਾਂ ਵੀ ਅੱਗੇ ਕਈ ਵਾਰੀ ਦੱਸ ਚੁੱਕਾ ਹਾਂ, ਪਰਮੇਸ਼ਰ ਮੇਰੇ ਜੀਵਨ ਦੇ ਵਿੱਚ ਮੈਨੂੰ ਭਲਾਈ ਦੇ ਨਾਲ ਜੀਵਨ ਦੇਣ ਵਾਲਾ ਹੈ। ਔਰ ਜਿਹਦੇ ਉੱਤੇ ਪਰਮੇਸ਼ਰ ਭਲਾਈ ਕਰਦਾ, ਆਪਣੀ ਇੱਛਾ ਜ਼ਾਹਿਰ ਕਰਦਾ ਹੈ, ਉਹਨੂੰ ਨਾਸ਼ ਨਹੀਂ ਕਰਦਾ, ਉਹਨੂੰ ਆਪਣੇ ਨਾਲ ਸਵਰਗ ਦੇ ਵਿੱਚ ਜਾਣ ਦਾ ਵਾਅਦਾ ਕਰਦਾ ਔਰ ਲੈ ਕੇ ਜਾਂਦਾ ਹੈ। ਕਿਉਂਕਿ ਜਦੋਂ ਡਾਕੂ ਨੇ ਉਹਦੇ ਨਾਲ ਤੌਬਾ ਕੀਤੀ ਸਲੀਬ ਦੇ ਉੱਤੇ, ਉਹਨੇ ਕਿਹਾ ਅੱਜ ਹੀ ਤੂੰ ਮੇਰੇ ਨਾਲ ਸਵਰਗ ਚ ਹੋ। ਇਹਦਾ ਮਤਲਬ ਇਮੀਡੀਏਟਲੀ ਸਵਰਗ ਦੇ ਰਾਜ ਦੀ ਐਂਟਰੀ ਪਰਮੇਸ਼ਰ ਦਿੰਦਾ ਹੈ। ਪਰ ਜਿਹੜੇ ਦਿਖਾਵਟੀ ਕੰਮ ਕਰਦੇ ਹਨ ਉਸੇ ਵੇਲੇ ਰੱਦ ਕਰ ਦਿੰਦਾ, ਆਪਣੇ ਨਾਲ ਜਾਣ ਦਾ ਉਹਨਾਂ ਨੂੰ ਹੁਕਮ ਨਹੀਂ ਦਿੰਦਾ ਹੈ। ਉਹ ਟਾਹਣੀਆਂ ਜਿਹੜੀਆਂ ਫਲ ਪੈਦਾ ਕਰਦੀਆਂ ਹਨ, ਨੰਬਰ 2
पहली गल जिहड़ियां दिखावटी जिहड़ी फल ही ना उन्हां दी गल कीती है। हुण जिहड़ियां टाहणियां फल पैदा करदियां हन जिन्हां विच मसीह लई प्यार उस विच उन्हां दे पक्के विश्वास दे कारण हुंदा है। पापी सुभाव दे काम अते जदों उन्हां दे जीवन दे विच तौबा आ जांदी है, जदों सच्चे दिल दे नाल अपने जीवन दे विच परिवर्तन कर लैंदे है तां परमेश्वर उन्हां नूं फलदायक बना फलदायक फलदार और नित प्रतिदिन परमेश्वर की महिमा के वचन के नाल वो फलदे जांदे आ ते उन्हां दे विच परमेश्वर की आत्मिकता के फल नज़र आते हैं। प्रेम है, संयम है, धार्मिकता है, दया है, दयालगी है, ये सब उन्हां विच नज़र आउणियां सी। इन्हां टाहणियां नूं पिता छांगदा अते सवारदा है काहदे वास्ते कि बधण अते फुल्लण। कई बार असी रास्ते च चलते हैं तो पिता साडा हथ छड़ दिंदा। क्यों छड़दा? कि इन्हां नूं सही रास्ते दे उत्ते चलना आ जाए, ये ठोकर खा के ना गिरन। जे इन्हां नूं ठोकर लगे तो मुड़ के देख के चलन। इहदा मतलब जिहड़े विश्वास दे विच पक्के है परमेश्वर उन्हां नूं छांगदा है अते उन्हां नूं सवारदा है कि वह वधण अते परमेश्वर की महिमा का सरताज बन वडियाई का कारण बन तां ओह होर ज़्यादा उत्तम बन अते ज़्यादा फल लिआउण। इस दा अर्थ यह है कि परमेश्वर उन्हां दे जीवना तो सब कुछ हटाउंदा है जिहड़ा मसीह लई उन्हां दी भगती तो उन्हां नूं दूर करदा है। भगती तो दूर करन दे बहुत सारे कारज हैं। मेरे यार दोस्त, मेरे सके संबंधी, मेरा समाज मैनू उस वेले अपना वो तंग करनगे जिस वेले भगती का टाइम होगा। पर परमेश्वर वो गल्लां मेरे जीवन च दूर करता है कि मैं परमेश्वर दे विच होवां, मसीह यसू दे विच, ताकि उहदी वडियाई होवे। जिहड़ा मसीह लई उन्हां दी भगती तो उन्हां नूं दूर करता है, उस नाल जीवन देण वाले संबंध विच रुकावटां बनाउंदा है, उन्हां नूं उन्हां दे विचों दूर कर दिंदा है कि वह मसीह विच, मसीह दे प्रेम विच दिन प्रति दिन बढ़ते जान। ये अक्सर अनुशासन अते चुनौती दी एक कष्टदायक अते दर्दनायक प्रक्रिया है। बहुत सारे लोग इस गल नूं समझते नहीं। जिथे अनुशासन परमेश्वर दे वचन दे नाल कलीसिया दे विच होवे, जिथे अनुशासन दे नाल परमेश्वर दा दास प्रभु दे वचन दे नाल चलदा होवे, उस जगह दे उत्ते काउंटिंग बहुत घट होंदी है, विश्वासी बहुत घट होंदे, क्योंकि जिहड़ा परमेश्वर दे वचन दे नाल चलण वाला है, अनुशासनात्मक है, वो कदे भी परमेश्वर दे वचन दे नाल समझौता नहीं करेगा। भावें ओनू सारे छड्ड के चले जान। यही गल तो प्रभु यसु मसीह ने कीती सी जदों प्रभु ने कहा जद तक तुसी मेरा मांस अते लहू दे विच सांझे नहीं होवोगे तो तुहाडा मेरे नाल कोई रिश्ता नहीं। जे तुसी जाना चाहते जाओ। उन्हें 12 नूं भी कहता। परमेश्वर अपने जीवन दे अनुशासन दे प्रति कदे भी इस दुनिया दे नाल समझौता कंप्रोमाइज, और जेड़े परमेश्वर दे लोग, जेड़े परमेश्वर दे दास कंप्रोमाइज नहीं करते हैं, उन्हां नूं परमेश्वर छांटदा ते सवारदा ते उत्तमता दे विच लैके जांदा है अते उस दर्द नूं, उस तकलीफ नूं अपने जीवन च सहंदे हैं अते उन्हां दे जीवन दे विच प्रगट हुंदा है कि वह मसीह यसू दे चेले है। पौलुस रसूल रसूलां दे करतब दे विच चेलियां नूं जदों मिशनरी यात्रा करके आउंदा है पहले, तां उत्थे अपने लोकां नूं सारिआं नूं जदों सभा बैठी
ਸਾਨੂੰ ਬਹੁਤ ਦੁੱਖ ਅਤੇ ਬਹੁਤ ਕਸ਼ਟ ਸਹਿ ਕੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਹੈ। ਉਹ ਕਹਿੰਦਾ ਹੈ, ਇਹਦਾ ਮਤਲਬ ਜਿਸ ਟਾਹਣੀ ਤੋਂ ਪਰਮੇਸ਼ਰ ਫਲ ਲੈਣਾ ਚਾਹੁੰਦਾ ਹੈ ਉਹਨੂੰ ਛਾਂਗਦਾ ਅਤੇ ਸਵਾਰਦਾ। ਜਿਹੜੇ ਇਸ ਛਾਂਗਣ ਅਤੇ ਸਵਾਰ ਨੂੰ ਆਪਣੇ ਜੀਵਨ ਦੇ ਵਿੱਚ ਐਕਸੈਪਟ ਨਹੀਂ ਕਰਦੇ, ਉਹ ਪਰਮੇਸ਼ਰ ਦੇ ਕਦੇ ਚੇਲੇ ਜਾਂ ਵਿਸ਼ਵਾਸੀ ਨਹੀਂ ਹੋ ਸਕਦੇ। ਕਿਸੇ ਨੇ ਮੈਨੂੰ ਕਿਹਾ, ਭਾਜੀ ਤੁਸੀਂ ਸਾਰਿਆਂ ਨੂੰ ਆਣ ਦਿਓ, ਉਹਨਾਂ ਨੂੰ ਤੁਸੀਂ ਇਹ ਗੱਲ ਨਾ ਕਹੋ। ਮੈਂ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਖੜਾ ਹੋਇਆ, ਮੈਂ ਕਦੇ ਵੀ ਕੰਪਰੋਮਾਈਜ਼ ਸ਼ਬਦ ਆਪਣੇ ਜੀਵਨ ਦੇ ਵਿੱਚ ਇਸਤੇਮਾਲ ਨਹੀਂ ਕਰ ਸਕਦਾ। ਮੈਨੂੰ ਪਰਮੇਸ਼ਰ ਦੇ ਵਚਨ ਨੇ ਜੋ ਦੱਸਿਆ ਹੈ ਮੈਂ ਉਹੀ ਰਿਪੀਟ ਕਰਾਂਗਾ। ਪਰਮੇਸ਼ਰ ਦੇ ਵਚਨ 'ਚ ਲਿਖਿਆ ਤੁਸੀਂ ਆਹ ਨਾ ਕਰੋ, ਮੈਂ ਉਹ ਨਹੀਂ ਕਰਦਾ, ਮੈਂ ਕਰਨਾ ਹੀ। ਇੱਥੇ ਇਸ ਗੱਲ ਦਾ ਸਾਫ਼ ਤਰੀਕੇ ਨਾਲ ਸਾਨੂੰ ਮਿਲਦਾ ਹੈ, ਅੰਤ ਨਤੀਜਾ ਮਸੀਹੀ ਚਰਿੱਤਰ ਦਾ ਮਿੱਠਾ ਫਲ ਹੈ। ਅੰਤ ਜਿਹੜਾ ਨਤੀਜਾ ਹੈ, ਜਦੋਂ ਅਸੀਂ ਪਰਮੇਸ਼ਰ ਦੀ ਸੰਗਤ ਦੇ ਵਿੱਚ ਉਹਦੀ ਛਾਂਗਣ ਅਤੇ ਸਵਾਰਨ ਦੀ ਵਿਧੀ 'ਚ ਜਾਂਦੇ ਹਾਂ ਤਾਂ ਉਹ ਫਲ ਜ਼ਿਆਦਾ ਲੱਗਦਾ ਵੀ ਹੈ ਅਤੇ ਮਿੱਠਾ ਵੀ ਹੁੰਦਾ। ਲੋਕ ਕਹਿੰਦੇ ਆ ਵਾਕਈ ਇਹਨਾਂ ਦੇ ਵਿੱਚ ਮਸੀਹ ਕੰਮ ਕਰ ਰਿਹਾ ਹੈ। ਜਿਹੜਾ ਇੱਕ ਧਰਮੀ ਜੀਵਨ ਦੀ ਗਵਾਹੀ ਰਾਹੀਂ ਯਿਸੂ ਮਸੀਹ ਦੇ ਲਈ ਸੰਸਾਰ ਵਿੱਚ ਆਦਰ ਅਤੇ ਵਡਿਆਈ ਨੂੰ ਪ੍ਰਗਟ ਕਰਦਾ ਹੈ, ਕਿਉਂਕਿ ਉਹ ਫਲ ਪ੍ਰਗਟ ਹੁੰਦਾ ਛੁਪਿਆ ਥੋੜੀ ਹੁੰਦਾ। ਬਾਈਬਲ ਦੇ ਵਿੱਚ ਲਿਖਿਆ ਹੈ, ਮੈਂ ਇਬਰਾਨੀਆਂ ਦੀ ਪੁਸਤਕ ਦਾ ਖੰਡ ਆਪ ਦੇ ਸਨਮੁਖ ਪੜ੍ਹਨਾ ਚਾਹੁੰਦਾ ਹਾਂ। ਇਬਰਾਨੀਆਂ ਦੀ ਪੁਸਤਕ 12 ਅਧਿਆਏ, ਉਸ ਵਿੱਚ ਪਰਮੇਸ਼ਵਰ ਦਾ ਦਾਸ ਪੌਲਸ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ, ਜੋ ਕਿ ਡਿਸਪਲਨ ਦੇ ਨਾਲ ਜੁੜਿਆ ਹੋਇਆ ਇੱਕ ਖੰਡ ਹੈ। ਬਾਣੀ ਦੇ ਵਿੱਚ ਪਰਮੇਸ਼ਵਰ ਦਾ ਦਾਸ ਪੌਲਸ ਕਹਿੰਦਾ ਹੈ, ਪਹਿਲੀ ਗੱਲ ਤਾਂ ਉਹ ਕਹਿੰਦਾ ਹੈ ਜਿਹਨੂੰ ਪਰਮੇਸ਼ਰ ਪ੍ਰੇਮ ਕਰਦਾ ਹੈ, ਜਿਹਨੂੰ ਪ੍ਰੇਮ ਕਰਦਾ ਹੈ ਉਹਨੂੰ ਉਹ ਤਾੜਦਾ ਵੀ ਹੈ ਅਤੇ ਮਾਰਦਾ ਵੀ ਹੈ। ਤਾੜਦਾ ਵੀ ਹੈ ਤੇ ਮਾਰਦਾ ਵੀ ਹੈ, ਤਾਂ ਕਿ ਉਹ ਪਰਮੇਸ਼ਰ ਦੀ ਕਿਰਪਾ ਦੇ ਅਨੁਸ਼ਾਸਨ ਵਿੱਚ ਵਧੇ ਅਤੇ ਫੁੱਲੇ। ਪਰ ਅੱਗੇ 8 ਆਇਤ ਦੇ ਵਿੱਚ, ਇਬਰਾਨੀਆਂ 8 ਦਾ 12 ਦਾ 8 ਦੇ ਵਿੱਚ ਇਸ ਤਰ੍ਹਾਂ ਲਿਖਿਆ, ਪਰ ਜੇ ਤੁਸੀਂ ਤਾੜਨਾ ਬਿਨਾ, ਭਾਵ ਛਾਂਗਣ ਅਤੇ ਸਵਾਰਨ ਬਿਨਾ ਰਹੇ, ਜਿਹਦੇ ਵਿੱਚ ਸਭੋ ਸਾਂਝੀ ਹੋਏ ਹਨ, ਤਾਂ ਤੁਸੀਂ ਪੁੱਤਰ ਨਹੀਂ ਸਗੋਂ ਹਰਾਮ ਦੇ ਹੋ। ਬਾਈਬਲ 'ਚ ਸਾਫ਼ ਲਿਖਿਆ, ਮੈਂ ਨਹੀਂ ਕਹਿ ਰਿਹਾ। ਹੁਣ ਫੈਸਲਾ ਇਹ ਮੈਂ ਕਰਨਾ ਹੈ। ਕੀ ਕਰਨਾ ਹੈ? ਮੈਂ ਫੈਸਲਾ ਕਿ ਮੈਂ ਮਸੀਹ ਦੇ ਵਿੱਚ ਹਾਂ। ਜੇ ਮਸੀਹ ਦੇ ਵਿੱਚ ਹਾਂ ਤਾਂ ਮੈਂ ਆਪਣੇ ਆਪ ਨੂੰ ਮਸੀਹ ਦੇ ਸਪੁਰਦ ਕਰਾਂ, ਉਹ ਮੈਨੂੰ ਛਾਂਗੇ ਅਤੇ ਸਵਾਰੇ, ਤਾਂ ਕਿ ਮੈਂ ਵਧਾਂ ਅਤੇ ਫੁੱਲਾਂ ਅਤੇ ਮਸੀਹ ਦੀ ਮਹਿਮਾ ਅਤੇ ਆਦਰ ਦਾ ਕਾਰਨ ਹਾਂ। ਜੇ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਨਹੀਂ ਸੌਂਪਦਾ ਤਾਂ ਮੈਂ ਫਲਹੀਨ ਹਾਂ ਅਤੇ ਦਿਖਾਵਟੀ ਹਾਂ, ਅਤੇ ਮੇਰੇ ਵਿੱਚ ਮਸੀਹ ਦਾ ਸਵਰੂਪ ਨਹੀਂ, ਸੰਸਾਰ ਦਾ ਸਵਰੂਪ ਹੈ, ਜਿਹੜਾ ਥੋੜੇ ਦਿਨ ਚਮਕਦਾ ਹੈ ਤੇ ਫਿਰ ਵਿਨਾਸ਼ ਹੋ ਜਾਂਦਾ। ਹੁਣ ਫੈਸਲਾ ਮੈਂ ਕਰਨਾ ਹੈ। ਮੈਂ ਮਸੀਹ ਵਿੱਚ ਹਾਂ ਤਾਂ ਮੈਂ ਫਲਦਾਇਕ ਹਾਂ, ਜੇ ਮੈਂ ਮਸੀਹ ਵਿੱਚ ਨਹੀਂ ਤਾਂ ਮੈਂ ਫਲਹੀਨ। ਪ੍ਰਭੂ ਆਪ ਨੂੰ ਫੈਸਲਾ ਕਰਨ ਦੇ ਲਈ ਮਦਦ ਕਰੇ ਕਿ ਮੈਂ ਫਲਹੀਨ ਹੋਣਾ ਹੈ ਜਾਂ ਫਲਦਾਇਕ ਹੋਣਾ ਹੈ ਮਸੀਹ ਦੇ ਵਿੱਚ। ਕਿਉਂਕਿ ਜੇ ਅਸੀਂ ਮਸੀਹ ਦੇ ਹੱਥ ਵਿੱਚ ਹਾਂ ਤਾਂ ਮੈਨੂੰ ਛਾਂਗੇਗਾ ਅਤੇ ਤਾੜੇਗਾ ਅਤੇ ਕੋੜੇ ਵੀ ਮਾਰੇ, ਉਹ ਮੈਨੂੰ ਸਵੀਕਾਰ ਕਰਨਾ ਪਵੇਗਾ। ਜੇ ਮੈਂ ਨਹੀਂ ਕਰਦਾ ਤਾਂ ਮੈਂ ਪਰਮੇਸ਼ਵਰ ਦੇ ਸਦਾ ਦੇ ਜੀਵਨ ਨੂੰ ਨਹੀਂ ਦੇਖਾਂਗਾ, ਪਰਮੇਸ਼ਵਰ ਦੇ ਪ੍ਰੇਮ ਨੂੰ ਨਹੀਂ ਦੇਖਾਂਗਾ, ਪਰਮੇਸ਼ਵਰ ਦੀ ਸ਼ਾਂਤੀ ਨੂੰ ਨਹੀਂ ਪਾਵਾਂਗਾ, ਪਰਮੇਸ਼ਵਰ ਦੀ ਧਾਰਮਿਕਤਾ ਮੇਰੇ ਵਿੱਚ ਨਹੀਂ ਹੋਏਗੀ, ਅਤੇ ਪਰਮੇਸ਼ਵਰ ਦੀ ਕਿਰਪਾ ਦਾ ਮੈਂ ਸਵਾਦ ਆਪਣੇ ਵਿੱਚ ਨਹੀਂ ਪਾਵਾਂਗਾ। ਫਿਰ ਪਾਪ ਮੇਰੇ ਜੀਵਨ ਵਿੱਚ ਕੰਮ ਕਰੇਗਾ, ਔਰ ਇਹ ਪਾਪ ਮੇਰੇ ਜੀਵਨ ਵਿੱਚ ਸਦੀ ਦੀ ਮੌਤ ਨੂੰ ਪ੍ਰਗਟ ਕਰਦਾ ਹੈ। ਫੈਸਲਾ ਮੇਰਾ ਹੈ ਕਿ ਮੈਂ ਫਲਦਾਇਕ ਹੋਣਾ ਹੈ ਜਾਂ ਫਲਹੀਨ ਹੋਣਾ ਹੈ ਮਸੀਹ ਯਿਸੂ ਵਿੱਚ।
ਪ੍ਰਭੂ ਆਪ ਨੂੰ ਫੈਸਲਾ ਕਰਨ ਦੇ ਲਈ ਮਦਦ ਕਰੇ। ਜੇ ਫਲਹੀਨ ਹੈ, ਫਲਦਾਇਕ ਬਣਨਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰਭੂ ਨੂੰ ਸਵੀਕਾਰ ਕਰੋ। ਪ੍ਰਭੂ ਯਿਸੂ ਮਸੀਹ, ਮੈਂ ਮੰਨਦਾ ਕਿ ਤੂੰ ਮੇਰੇ ਪਾਪਾਂ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ, ਹੁਣ ਤੂੰ ਮੇਰਾ ਪ੍ਰਭੂ ਹੈ। ਤਾਂ ਉਹ ਪਰਮੇਸ਼ਵਰ ਤੁਹਾਨੂੰ ਫਲਦਾਇਕ ਦਾ ਮਤਲਬ ਹੈ ਪਰਮੇਸ਼ਵਰ ਆਦਰ ਦਾ ਪਾਤਰ ਬਣਾ ਕੇ ਤੁਹਾਨੂੰ ਆਪਣੀਆਂ ਸਵਰਗੀ ਆਸ਼ਾ ਨਾਲ ਭਰਪੂਰੀ ਦੇਵੇਗਾ। ਪਰਮੇਸ਼ਵਰ ਦੇ ਇਸ ਵਚਨ ਦੇ ਨਾਲ ਆਪ ਨੂੰ ਆਸ਼ੀਸ਼ ਮਿਲੇ। ਜੈ ਮਸੀਹ ਦੀ। ਮਾਰਾਨਾਥਾ।